हाँ जी प्यारे विद्यार्थियों, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਆਸ ਕਰਦਾ ਹਾਂ ਕਿ ਸਾਰੇ ਆਪਣੇ ਆਪਣੇ ਘਰੇ ਰਾਜੀ ਖੁਸ਼ੀ ਹੋਣਗੇ ਅਤੇ ਲੋਕਡਾਊਨ ਦੇ ਪੂਰੇ ਕਾਨੂੰਨਾਂ ਦੇ ਬਹੁਤ ਵਧੀਆ ਤਰੀਕੇ ਨਾਲ ਪਾਲਣਾ ਕਰ ਰਹੇ ਹੋਣਗੇ। ਕਈ ਬੱਚਿਆਂ ਤੇ ਪੇਰੈਂਟਸ ਦੀ ਮੈਨੂੰ ਕਾਲ ਤੇ ਮੈਸੇजेस ਆ ਰਹੇ ਹਨ ਕਿ ਵਿਦਿਆਰਥੀਆਂ ਨੂੰ ਜੋ 5ਵੀਂ ਜਮਾਤ ਦੇ ਵਿਦਿਆਰਥੀ ਹਨ ਉਹਨਾਂ ਨੂੰ ਮੈਥ ਦੇ ਵਿੱਚ ਜੋ ਘਰ ਦਾ ਕੰਮ ਦਿੱਤਾ ਗਿਆ ਹੈ, ਛੁੱਟੀਆਂ ਦਾ ਕੰਮ, ਉਹ ਸਮਝ ਨਹੀਂ ਆ ਰਿਹਾ। ਉਸ ਦੀ ਅੱਜ ਅਸੀਂ ਚਰਚਾ ਕਰਾਂਗੇ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਪੁੱਛਿਆ ਗਿਆ ਸਵਾਲ ਹੈ ਉਹ ਇਹ ਹੈ ਕਿ ਸਾਨੂੰ ਸਭ ਤੋਂ ਵੱਡੀ ਸੰਖਿਆ ਅਤੇ ਸਭ ਤੋਂ ਛੋਟੀ ਸੰਖਿਆ ਕਿਵੇਂ ਬਣਾਉਣੀ ਹੈ, ਉਹ ਨਹੀਂ ਸਮਝ ਆ ਰਿਹਾ। ਹੁਣ ਛੁੱਟੀਆਂ ਦੇ ਕੰਮ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ 5 ਅੰਕਾਂ ਨੂੰ ਵਰਤ ਕੇ ਅਸੀਂ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ। ਜਿਵੇਂ ਇਸ ਦੇ ਵਿੱਚ ਦਿੱਤਾ ਗਿਆ ਹੈ 6 7 8 4 ਅਤੇ 1 ਨੂੰ ਵਰਤਦੇ ਹੋਏ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਣਾਓ ਅਤੇ 5 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਜੋ ਬਣ ਸਕਦੀ ਹੈ ਇਹਨਾਂ ਅੰਕਾਂ ਨੂੰ ਵਰਤ ਕੇ ਉਹ ਬਣਾਈ ਜਾਵੇ। ਹੁਣ ਅਸੀਂ ਇਹ ਸਿੱਖਾਂਗੇ। ਹਾਂਜੀ ਬੱਚਿਓ, ਜਿਸ ਤਰ੍ਹਾਂ ਅਸੀਂ ਸਵਾਲ ਦੇ ਵਿੱਚ ਦੇਖਿਆ ਕਿ ਸਾਡੇ ਕੋਲ ਅਲੱਗ-ਅਲੱਗ ਅੰਕ ਦਿੱਤੇ ਗਏ ਸਨ। ਜਿਵੇਂ ਸਵਾਲ ਦੇ ਵਿੱਚ ਸੀ 6 7 8 4 ਅਤੇ 1। ਹੁਣ ਸਭ ਤੋਂ ਪਹਿਲਾਂ ਇਹਨਾਂ ਵਿੱਚੋਂ ਵੱਡੀ ਤੋਂ ਵੱਡੀ ਸੰਖਿਆ ਬਣਾਈ ਜਾਵੇਗੀ। ਵੱਡੀ ਤੋਂ ਵੱਡੀ ਸੰਖਿਆ ਲਈ ਸਭ ਤੋਂ ਜੋ ਵੱਡਾ ਅੰਕ ਹੈ ਉਹ ਅਸੀਂ ਪਹਿਲੇ ਸਥਾਨ 'ਤੇ ਰੱਖਣਾ ਹੈ। ਇਹਨਾਂ ਅੰਕਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਇਹਦੇ ਅੰਕਾਂ ਵਿੱਚ ਸਭ ਤੋਂ ਵੱਡਾ ਅੰਕ ਹੈ 8। 8 ਨੂੰ ਅਸੀਂ ਪਹਿਲੇ ਸਥਾਨ 'ਤੇ ਰੱਖ ਲਾਂਗੇ। ਫਿਰ ਉਸ ਤੋਂ ਛੋਟਾ ਅੰਕ ਕੀ ਹੈ 7। 7 ਨੂੰ ਅਸੀਂ ਦੂਜੇ ਨੰਬਰ 'ਤੇ ਰੱਖ ਲਿਆ। ਉਸ ਤੋਂ ਅਗਲਾ ਅੰਕ ਕੀ ਹੈ 6। 6 ਨੂੰ ਅਸੀਂ ਤੀਜੇ ਨੰਬਰ 'ਤੇ ਰੱਖ ਲਿਆ। ਉਸ ਤੋਂ ਅਗਲਾ ਅੰਕ ਕੀ ਹੈ 4। 4 ਨੂੰ ਅਸੀਂ ਚੌਥੇ ਨੰਬਰ 'ਤੇ ਰੱਖ ਲਿਆ। ਉਸ ਤੋਂ ਅਗਲਾ ਅੰਕ ਕੀ ਹੈ 1। ਇਹ ਜਿਹੜੀ ਸੰਖਿਆ ਹੈ ਇਹ ਸਭ ਤੋਂ ਵੱਡੀ ਸੰਖਿਆ ਬਣ ਗਈ। ਅਤੇ ਫਿਰ ਇਸ ਸੰਖਿਆ ਨੂੰ ਪੜ੍ਹਨਾ ਹੈ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000। ਇਹ ਸੰਖਿਆ ਬਣਦੀ ਹੈ 87,641। ਇਹ ਸੰਖਿਆ ਇਹਨਾਂ ਅੰਕਾਂ ਨੂੰ ਵਰਤ ਕੇ ਅਸੀਂ ਵੱਡੀ ਤੋਂ ਵੱਡੀ ਸੰਖਿਆ ਬਣਾਈ ਹੈ। ਹੁਣ ਅਸੀਂ ਇਹਨਾਂ ਅੰਕਾਂ ਤੋਂ ਛੋਟੀ ਸੰਖਿਆ ਬਣਾਵਾਂਗੇ। ਹੁਣ ਫਿਰ ਅਸੀਂ ਅੰਕਾਂ ਨੂੰ ਦੇਖਾਂਗੇ। ਹੁਣ ਅਸੀਂ ਛੋਟੀ ਤੋਂ ਛੋਟੀ ਜਦੋਂ ਸੰਖਿਆ ਬਣਾਉਣੀ ਹੈ ਇਹ ਧਿਆਨ ਰੱਖਣਾ ਹੈ ਕਿ ਸਭ ਤੋਂ ਛੋਟਾ ਪਹਿਲੇ ਨੰਬਰ 'ਤੇ। ਵੱਡੀ ਤੋਂ ਵੱਡੀ ਸੰਖਿਆ ਬਣਾਈ ਸੀ, ਉਸ ਦੇ ਵਿੱਚ ਕੀ ਰੱਖਿਆ ਸੀ, ਸਭ ਤੋਂ ਵੱਡਾ ਪਹਿਲੇ ਨੰਬਰ 'ਤੇ। ਹੁਣ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ। ਹੁਣ ਕਿਸ ਦੀ ਵਾਰੀ ਆ ਗਈ, ਛੋਟੇ ਅੰਕ ਦੀ। ਛੋਟੇ ਅੰਕ ਦੀ ਵਾਰੀ ਸਭ ਤੋਂ ਪਹਿਲੇ ਨੰਬਰ 'ਤੇ। ਸਭ ਤੋਂ ਪਹਿਲਾਂ ਕੌਣ ਆਏਗਾ, 1 ਆ ਜਾਏਗਾ। ਫਿਰ ਆ ਜਾਏਗਾ 4, ਫਿਰ ਆ ਜਾਏਗਾ 6, ਫਿਰ ਆ ਜਾਏਗਾ 7, ਫਿਰ ਆ ਜਾਏਗਾ 8। ਹੁਣ ਇਹਨੂੰ ਦੇਖਾਂਗੇ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000। ਤਾਂ ਇਹ 14,678 ਇਹ ਜੋ ਸੰਖਿਆ ਬਣੀ ਹੈ ਇਹ ਛੋਟੀ ਤੋਂ ਛੋਟੀ ਸੰਖਿਆ ਬਣ ਗਈ ਹੈ। ਹਾਂਜੀ, ਹੁਣ ਇਸੇ ਤਰ੍ਹਾਂ ਹੀ ਇਸ ਦਾ ਅਗਲਾ ਸਵਾਲ ਅਸੀਂ ਕਰਾਂਗੇ। ਅਗਲਾ ਸਵਾਲ ਬਿਲਕੁਲ ਆਸਾਨ ਹੈ। ਅੰਕ ਬਿਲਕੁਲ ਆਸਾਨ ਦਿੱਤੇ ਗਏ ਹਨ 5 8 3 0 9। ਹਾਂਜੀ ਪਿਆਰੇ ਬੱਚਿਓ, ਹੁਣ ਅਸੀਂ ਕੀ ਕਰਨਾ ਹੈ, ਜੇ ਅਸੀਂ ਵੱਡੀ ਤੋਂ ਵੱਡੀ ਬਣਾਉਣੀ ਹੈ ਕੀ ਕਰਨਾ ਸੀ, ਸਭ ਤੋਂ ਵੱਡਾ ਪਹਿਲੇ 'ਤੇ। ਹਾਂਜੀ, ਵੱਡੀ ਤੋਂ ਵੱਡੀ ਬਣਾਉਣ ਲਈ ਸਭ ਤੋਂ ਵੱਡਾ ਅੰਕ ਪਹਿਲੇ ਨੰਬਰ 'ਤੇ। ਸਭ ਤੋਂ ਵੱਡਾ ਅੰਕ ਮੈਨੂੰ ਕੀ ਲੱਭਿਆ ਹੈ 9। 9 ਲਗਾਇਆ ਪਹਿਲੇ ਨੰਬਰ 'ਤੇ। ਫਿਰ ਅੱਗੇ 8 8 ਲਗਾਤਾ ਦੂਜੇ 'ਤੇ। ਫਿਰ 5 5 ਤੀਜੇ 'ਤੇ। ਫਿਰ 3 3 ਚੌਥੇ ਨੰਬਰ 'ਤੇ। ਐਂਡ ਵਿੱਚ ਆ ਗਈ ਵਿਚਾਰੀ 0 0 ਨੂੰ ਮੈਂ ਲਗਾ ਦਿੱਤਾ ਐਂਡ ਦੇ ਵਿੱਚ। ਇਹ ਲਓ ਜੀ, ਇਹ ਬਣ ਗਈ ਮੇਰੀ ਵੱਡੀ ਤੋਂ ਵੱਡੀ ਸੰਖਿਆ। ਬਹੁਤ ਹੀ ਆਸਾਨ ਹੈ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ। ਹੁਣ ਵੱਡੀ ਤੋਂ ਵੱਡੀ ਸੰਖਿਆ ਅਸੀਂ ਬਣਾ ਚੁੱਕੇ ਹਾਂ। ਇਹ ਅਸੀਂ ਪੜ੍ਹਾਂਗੇ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000। 98,530 ਇਹ ਸੰਖਿਆ ਜੋ ਅਸੀਂ ਇਹਨਾਂ ਅੰਕਾਂ ਦੀ ਵਰਤੋਂ ਕਰਕੇ ਵੱਡੀ ਤੋਂ ਵੱਡੀ ਸੰਖਿਆ ਬਣਾ ਦਿੱਤੀ ਹੈ। ਬਹੁਤ ਹੀ ਆਸਾਨ ਹੈ। ਹੁਣ ਅਸੀਂ ਬਣਾਵਾਂਗੇ ਛੋਟੀ ਤੋਂ ਛੋਟੀ ਸੰਖਿਆ। ਹਾਂਜੀ, ਇਸ ਸਵਾਲ ਦੇ ਵਿੱਚ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਜਦੋਂ ਵੀ ਅਸੀਂ 0 ਰੱਖਣੀ ਹੈ ਉਸ ਨੂੰ ਪਹਿਲੇ ਸਥਾਨ 'ਤੇ ਨਹੀਂ ਰੱਖ ਸਕਦੇ। ਜਿਵੇਂ ਇੱਕ 5 ਹੈ ਅਤੇ ਇੱਕ 0 5 ਹੈ, ਇਹ ਦੋਨੋਂ ਬਰਾਬਰ ਹਨ, ਇਹਨਾਂ ਵਿੱਚ ਕੋਈ ਅੰਤਰ ਨਹੀਂ ਹੈ। ਇਸ ਦਾ ਮੁੱਲ ਵੀ 5 ਹੈ, ਇਸ ਦਾ ਮੁੱਲ ਵੀ 5 ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਹਾਂ ਕਿ ਮੈਂ ਤੁਹਾਨੂੰ 5 ਰੁਪਏ ਦੇ ਰਿਹਾ ਹਾਂ ਤਾਂ ਉਹ 5 ਹੀ ਹਨ। ਜੇ ਮੈਂ ਤੁਹਾਨੂੰ ਕਹਾਂ ਕਿ 0 5 ਦੇ ਰਿਹਾ ਹਾਂ ਤਾਂ 0 5 ਵੀ 5 ਹੈ। ਜੇ ਮੈਂ ਤੁਹਾਨੂੰ ਕਹਾਂ ਵੀ 5 0, ਉਸ ਦੇ ਵੀ ਅੰਤਰ ਆ ਜਾਏਗਾ ਕਿਉਂਕਿ 5 0 ਕੀ ਬਣ ਜਾਂਦਾ ਹੈ 50। ਲੇਕਿਨ ਅੱਗੇ ਲੱਗਣ ਨਾਲ 0 ਦਾ ਕੋਈ ਵੀ ਮੁੱਲ ਨਹੀਂ ਰਹਿੰਦਾ। ਸੋ ਇਸ ਦੇ ਵਿੱਚ ਜਦੋਂ ਵੀ ਕਿਤੇ ਤੁਹਾਨੂੰ ਸਵਾਲਾਂ ਦੇ ਵਿੱਚ
ਅੰਕ ਮਿਲ ਜਾਣ ਜਿਸ ਦੇ ਵਿੱਚ 0 ਹੋਵੇ। ਇਸ ਵਿੱਚ ਇਹ ਧਿਆਨ ਜ਼ਰੂਰ ਰੱਖਣਾ ਹੈ ਕਿ 0 ਨੂੰ ਪਹਿਲੇ ਨੰਬਰ 'ਤੇ ਨਹੀਂ ਰੱਖ ਸਕਦੇ। ਫਿਰ ਕਿਸ ਨੰਬਰ 'ਤੇ ਰੱਖਾਂਗੇ? ਦੂਜੇ 'ਤੇ ਰੱਖ ਲਓ। ਫਿਰ ਅਸੀਂ ਇਸ ਨੂੰ ਦੂਜੇ ਨੰਬਰ 'ਤੇ ਰੱਖਾਂਗੇ। ਹਾਂਜੀ, ਸੋ ਹੁਣ ਪਹਿਲੇ ਨੰਬਰ ਕਿਸ ਦਾ ਬਣ ਜਾਏਗਾ? 3 ਦਾ। ਦੂਜਾ ਨੰਬਰ 0 ਦਾ। ਫਿਰ ਇਸ ਤੋਂ ਵੱਡਾ ਕੌਣ ਹੈ? 5। ਫਿਰ ਇਸ ਤੋਂ ਵੱਡਾ ਕੌਣ ਹੈ? 8। ਫਿਰ ਕੌਣ ਹੈ? 9। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, 30,599। ਇਹ ਜਿਹੜੀ ਮੇਰੀ ਸੰਖਿਆ ਬਣ ਚੁੱਕੀ ਹੈ, ਛੋਟੀ ਤੋਂ ਛੋਟੀ ਸੰਖਿਆ।